ਸਾਡਾ ਨਿਤਨੇਮ ਕਿੱਥੋਂ ਸ਼ੁਰੂ ਹੁੰਦਾ ਹੈ। ਮੈਂ ਹੁਣ ਸੰਖੇਪ ਵਿੱਚ ਤੁਹਾਨੂੰ ਇੱਕ ਝਾਤ ਦਵਾਂਗਾ ਸਾਡੇ ਇਸ ਰੋਜ਼ ਦੇ ਅਭਿਆਸ ਦਾ। ਇਹ ਪਾਠ ਨਹੀਂ ਹੈ, ਇਹ ਪ੍ਰੈਕਟਿਸ ਹੈ। ਕੀ ਹੈ ਇਹ? ਨਿਤਨੇਮ ਕੀ ਹੈ? ਜਿਸ ਤਰ੍ਹਾਂ ਇੱਕ ਐਥਲੀਟ ਖੇਡ ਦੇ ਮੈਦਾਨ ਦੇ ਵਿੱਚ ਭੱਜਦਾ ਹੈ ਤੇ ਨਿਤਨੇਮ ਕਰਦੇ ਹਾਂ, ਅਸੀਂ ਕੀ ਕਰ ਰਹੇ ਹੁੰਦੇ ਆ? ਪ੍ਰੈਕਟਿਸ। ਕਾਹਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ? ਆਪਣੇ ਅੰਦਰਲੇ ਸੱਚ ਨੂੰ ਇੱਕ ਅਟਲ ਸਚਾਈ ਦੇ ਨਾਲ ਇੱਕ ਸੁਰ ਕਰ ਦੇਣ ਦੀ। ਇਹ ਗੱਲ ਸ਼ੁਰੂ ਹੁੰਦੀ ਹੈ ਮੂਲ ਮੰਤਰ ਤੋਂ। ਮੈਂ ਤੁਹਾਨੂੰ ਇੱਕ ਬਹੁਤ ਛੇਤੀ ਨਾਲ ਇੱਕ ਝਾਤ ਦੇਣੀ ਹੈ ਜੋ ਅਸੀਂ ਸਵੇਰੇ ਨਿਤਨੇਮ ਕਰਦੇ ਹਾਂ, ਕਿ ਤੁਸੀਂ ਉਹਦੇ ਵਿੱਚੋਂ ਇੱਕ ਸੰਦੇਸ਼ ਲੈ ਲੈਣਾ ਔਰ ਉਸ ਜਹਾਜ਼ ਦੇ ਉੱਤੇ ਚੜ੍ਹ ਕੇ ਤੁਸੀਂ ਇੱਕ ਫਲਾਈਟ ਲੈਣੀ ਹੈ ਮੇਰੇ ਨਾਲ ਕਿ ਇਹ ਅਸੀਂ ਅਭਿਆਸ ਕਿਵੇਂ ਰੋਜ਼ ਕਰਨਾ ਹੈ। ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਇੱਕ ਗੇਮ ਹੈ, ਉਹ ਇੱਕ ਖੇਡ ਹੈ, ਉਹ ਇੱਕ ਪ੍ਰੈਕਟਿਸ ਹੈ, ਉਹ ਇੱਕ ਅਭਿਆਸ ਹੈ। ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? ਇੱਕ ਓਂਕਾਰ। ਇਹ ਕੀ ਹੈ? ਵਿਚਾਲੇ ਓਮ, ਇਹ ਬ੍ਰਹਮ ਵਾਸਤੇ ਸ਼ਬਦ ਬਹੁਤ ਲੰਮੇ ਸਮੇਂ ਤੋਂ ਵਰਤਿਆ ਆ ਰਿਹਾ ਸੀ ਤੇ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਅੱਗੇ ਤੇ ਪਿੱਛੇ ਦੋ ਫਿਗਰਸ ਲਗਾ ਦਿੱਤੀਆਂ। ਫਿਗਰਸ ਕੀ ਹੁੰਦੀਆਂ ਨੇ? ਹਿੰਸੇ, ਗਿਣਤੀ। ਗੁਰੂ ਸਾਹਿਬ ਨੇ ਓਮ ਦੇ ਅੱਗੇ ਤੇ ਪਿੱਛੇ ਦੋ ਗਿਣਤੀਆਂ ਲਗਾ ਦਿੱਤੀਆਂ। ਮੂਹਰੇ ਲਾ ਦਿੱਤਾ ਏਕਾ ਮਤਲਬ 1 ਤੇ ਪਿੱਛੇ ਲਗਾ ਦਿੱਤਾ ਕਾਰ। ਕਾਰ ਪਤਾ ਕੀ ਹੁੰਦਾ ਹੈ? ਜਿਵੇਂ ਆਪਾਂ 1 ਨੂੰ ਗੁਰਮੁਖੀ 'ਚ ਇੱਦਾਂ ਲਿਖਦੇ ਹਾਂ, 5 ਨੂੰ ਇਸ ਤਰ੍ਹਾਂ ਲਿਖਦੇ ਹਾਂ। ਇਨਫਿਨਿਟੀ ਸਾਈਨ ਹੁੰਦਾ ਨਾ ਇੱਕ ਇਨਫਿਨਿਟੀ ਮੈਥਮੈਟਿਕਸ ਦੇ ਵਿੱਚ। ਇਨਫਿਨਿਟੀ ਗੁਰਮੁਖੀ 'ਚ ਕਿਵੇਂ ਲਿਖਿਆ ਜਾਂਦਾ? ਇੱਦਾਂ। ਮੂਹਰੇ ਗੁਰੂ ਸਾਹਿਬ ਨੇ ਏਕਾ ਲਾਤਾ, ਇੱਥੋਂ ਗੱਲ ਸ਼ੁਰੂ ਹੋਈ ਸੀ, ਤੇ ਪਿੱਛੇ ਕੀ ਲਾਤਾ? ਜਿੱਥੇ ਗੱਲ ਮੁੱਕਣੀ ਹੈ, ਮਤਲਬ ਕਿ ਮੁੱਕਣੀ ਹੋਈ ਨਹੀਂ। ਇਹ ਗਿਣਤੀ ਦੇ ਦੋ ਫਿਗਰਸ ਨੇ। ਏਕੇ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਇਨਫਿਨਿਟੀ ਤੇ ਜਾਂਦੀ ਹੈ। ਉਹ ਪ੍ਰਮਾਤਮਾ ਦੇ ਨਾਮ ਅੱਗੇ ਜਿਹਨੂੰ ਲੋਕੀ ਓਮ ਕਹਿੰਦੇ ਸੀ, ਉਹਦੇ ਮੂਹਰੇ ਲਾ ਦਿੱਤਾ ਏਕਾ ਕਿ ਉਹ ਬੰਦਿਓ ਲੜਿਓ ਨਾ, ਰੱਬ ਇੱਕ ਹੀ ਹੈ। ਕਾਰ ਬੇਅੰਤ ਹੈ। ਕਾਰ ਦਾ ਮਤਲਬ ਇਹ ਵੀ ਹੁੰਦਾ ਇੱਕ ਰਸ, ਇੱਕ ਟੱਕ, ਲਗਾਤਾਰ ਵਿਆਪਕ ਤੇ ਬੇਅੰਤ। ਪਰਮਾਤਮਾ ਬੇਅੰਤ ਹੈ ਔਰ ਲਗਾਤਾਰ ਨਿਰਵਿਘਨ। ਜਿਹੜਾ ਮੈਂ ਤੁਹਾਨੂੰ ਪਹਿਲਾਂ ਉਹ ਬ੍ਰਹਿਮੰਡ ਦਿਖਾਇਆ ਨਾ, ਆਪਾਂ ਸਕਰੀਨ ਤੇ ਦੇਖਿਆ, ਉਹ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਆਪ ਰਚਿਆ ਹੋਇਆ ਹੈ। ਜਦੋਂ ਹੁਣ ਸਵੇਰੇ ਕਰੋਗੇ ਨਾ ਮੂਲ ਮੰਤਰ ਪੜ੍ਹੋਗੇ, ਇਹਨੂੰ ਸਿਰਫ ਇਹ ਨਹੀਂ ਕਹਿਣਾ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ। ਇਹਨੂੰ ਸਹਿਜ ਨਾਲ ਆਪਾਂ ਸਵੇਰੇ ਸਿਮਰਨ ਅਭਿਆਸ ਕਰਾਂਗੇ ਨਾ, ਆਪਣੇ ਦਿਲ ਦਿਮਾਗ ਮਨੋਵਿਰਤੀਆਂ 'ਚ ਉਹ ਬ੍ਰਹਿਮੰਡ ਦਾ ਜਿਤਨਾ ਖਿਲਾਰਾ ਅਸੀਂ ਸਕਰੀਨ ਤੇ ਦੇਖਿਆ, ਉਹ ਸਾਰੇ ਖਿਲਾਰੇ ਨੂੰ ਅਨੁਭਵ ਕਰਨਾ ਔਰ ਇਹ ਆਪਣੇ ਅੰਦਰ ਇਹ ਤਰੰਗਾਂ ਕੱਢਣੀਆਂ ਨੇ ਕਿ ਪਰਮਾਤਮਾ ਇਹ ਸਾਰੀ ਕਾਇਨਾਤ ਵਿੱਚ ਲਗਾਤਾਰ ਇੱਕ ਰਸ ਵਿਆਪਕ ਹੈ। ਇੱਕ ਬੇਅੰਤ ਪਰਮਾਤਮਾ ਜੋ ਇੱਕ ਰਸ ਵਿਆਪਕ ਹੈ, ਇਹ ਹੈ ਇੱਕ ਓਂਕਾਰ। ਅੱਗੇ ਸਤਨਾਮ, ਭੁਲੇਖਾ ਨਹੀਂ ਕਰਨਾ। ਸੱਚ ਹੈ, ਉਹ ਸਦਾ ਸੱਚ ਹੈ, ਸਾਰੀ ਕਾਇਨਾਤ ਵਿੱਚ ਹੈ। ਕਰਤਾ, ਉਹ ਸਤਨਾਮ ਹੈ, ਸੱਚਾ ਹੈ, ਉਹਦਾ ਨਾਮ ਹੋਂਦ ਵਾਲਾ ਹੈ ਔਰ ਕਾਇਨਾਤ ਤੇ ਜੋ ਵੀ ਹੋ ਰਿਹਾ ਨਾ ਉਹ ਆਪ ਕਰ ਰਿਹਾ ਹੈ। ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ, ਕਿਉਂਕਿ ਸਾਰੇ ਸਿਆਣੇ ਬੱਚੇ ਹੋ, ਨਿੱਕੇ ਨਿੱਕੇ ਬੱਚਿਆਂ ਬਾਰੇ ਜਾਣਦੇ ਹੋ ਜਿਹੜੇ ਨਿੱਕੀਆਂ ਨਿੱਕੀਆਂ ਉਮਰਾਂ 'ਚ ਸੂਬਾ ਸਰਹੰਦ ਦੇ ਨੀਹਾਂ ਵਿੱਚ ਚੁਣ ਦਿੱਤੇ ਸਨ। ਕੀ ਨਾਮ ਸੀ ਉਹਨਾਂ ਦਾ? ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਮੇਰਾ ਖਿਆਲ ਜਿੰਨੇ ਇੱਥੇ ਬੱਚੇ ਬੈਠੇ ਨੇ ਉਹਨਾਂ ਸਾਰਿਆਂ ਤੋਂ ਛੋਟੀ ਉਮਰ ਦੇ ਹੋਣਗੇ। ਉਹ ਇਤਿਹਾਸਕਾਰ 7 ਸਾਲ 9 ਸਾਲ ਦੀ ਉਮਰ ਦੇ ਆਸ-ਪਾਸ ਦੱਸਦੇ ਨੇ। ਤੁਹਾਡੇ ਸਾਰੇ ਬੱਚੇ 9 ਸਾਲ ਤੋਂ ਵੱਧ ਉਮਰ ਦੇ ਨੇ। ਹੁਣ ਇੱਕ ਗੱਲ ਇੱਥੇ ਕਰਤਾ ਦੇ ਨਾਲ ਸੰਬੰਧ ਹੈ। ਕਰਤਾ ਦੇ ਨਾਲ ਜਦ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਖੜੇ ਸਨ ਤੇ ਸੂਬਾ ਸਰਹੰਦ ਉਹਨਾਂ ਨੂੰ ਡਰਾ ਰਿਹਾ ਸੀ ਨਾ, ਲਾਲਚ ਵੀ ਦੇ ਰਿਹਾ ਸੀ, ਉਹ ਲਾਲਚ ਵੀ ਦੇ ਹਟਿਆ, ਮੌਤ ਦੇ ਭੌ ਵੀ ਦੇ ਹਟਿਆ। ਪਰ ਬੱਚੇ ਕਿਉਂ ਨਹੀਂ ਡਰੇ? ਕਿਉਂ ਨਹੀਂ ਡਰੇ? ਇਹ ਅਨੁਭਵ ਦੀ ਖੇਡ ਹੈ ਬੇਟਾ ਜੀ। ਬੱਚਿਆਂ ਨੇ ਅਨੁਭਵ ਕਰ ਲਿਆ ਸੀ ਕਿ ਪਰਮਾਤਮਾ ਹੀ ਕਰਤਾ ਪੁਰਖ ਹੈ। ਇਹ ਸੂਬੇ ਸਰਹੰਦ ਵਿੱਚ ਵੀ ਰੱਬ ਬੋਲਦਾ ਹੈ, ਸਾਡੇ ਵਿੱਚ ਵੀ ਰੱਬ ਹੈ। ਗੱਲ ਖਤਮ ਹੋ ਗਈ ਬੇਟਾ ਜੀ। ਇਹ ਅਵਸਥਾ
ਪੈਦਾ ਕਰਦੀ ਹੈ ਅਗਲਾ ਗੁਣ ਨਿਰਭਉ। ਜਦੋਂ ਮਨੁੱਖ ਨੂੰ ਯਕੀਨ ਹੋ ਜਾਵੇ ਨਾ ਕਿ ਰੱਬ ਹੀ ਸਭ ਕੁਝ ਕਰ ਰਿਹਾ, ਮਾੜਾ ਕੰਮ ਵੀ ਉਹ ਕਰ ਰਿਹਾ, ਮਾੜੇ ਬੰਦੇ ਵਿੱਚ ਵੀ ਉਹ ਹੈ, ਚੰਗੇ ਵਿੱਚ ਵੀ ਹੈ, ਇਹ ਉਹਦੀ ਖੇਡ ਹੈ, ਤੇ ਮਨੁੱਖ ਨੂੰ ਫਿਰ ਕੋਈ ਡਰ ਨਹੀਂ ਰਹਿੰਦਾ। ਕਰਤਾ ਪੁਰਖ, ਅਸੀਂ ਜਦੋਂ ਉਹਨੂੰ ਪੜ੍ਹਨਾ ਆਪਣੇ ਹਿਰਦੇ ਵਿੱਚ ਲੈ ਕੇ ਆਉਣੀ ਹੈ ਇਹ ਗੱਲ ਕਿ ਸਭ ਕੁਝ ਰੱਬ ਕਰ ਰਿਹਾ ਹੈ। ਜੇ ਸਾਨੂੰ ਲੱਗਦਾ ਕਿ ਅੱਜ ਸਮੇਂ ਦਾ ਬਾਦਸ਼ਾਹ ਜਾਂ ਕੱਲ੍ਹ ਦੇ ਸਮੇਂ ਦਾ ਬਾਦਸ਼ਾਹ ਗਲਤ ਕਰ ਰਿਹਾ ਸੀ ਜਾਂ ਗਲਤ ਕਰ ਰਿਹਾ ਹੈ, ਉਹ ਰੱਬ ਹੀ ਕਰ ਰਿਹਾ ਹੈ। ਉਹ ਗਲਤ ਨੇ ਆਪਣੇ ਜੋਬਨ ਤੇ ਜਾ ਕੇ ਆਪ ਹੀ ਮਰ ਜਾਣਾ, ਇਹ ਰੱਬ ਦੀ ਖੇਡ ਹੀ ਹੁੰਦੀ ਹੈ। ਉਹ ਨਿੱਕੇ ਨਿੱਕੇ ਬੱਚੇ ਡਰੇ ਨਹੀਂ, ਕਿਉਂਕਿ ਉਹ ਜਾਣਦੇ ਸਨ ਕਿ ਇਹ ਜੋ ਬੁਰਾਈ ਹੈ ਸਾਨੂੰ ਕਤਲ ਕਰਨਾ ਚਾਹੁੰਦੀ ਹੈ, ਅਸਲ ਵਿੱਚ ਬੁਰਾਈ ਆਪਣੇ ਜੋਬਨ ਤੇ ਜਾ ਕੇ ਮਰ ਰਹੀ ਹੈ, ਜੋਬਨ ਤੇ ਜਾ ਕੇ ਮਰਦੀ ਹੈ। ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਇਹ ਪਤਾ ਸੀ ਕਿ ਜੇ ਸਾਡੀਆਂ ਸ਼ਹਾਦਤਾਂ ਹੋਣਗੀਆਂ ਇਹ ਬੁਰਾਈ ਹੋਰ ਵਧੇਗੀ, ਜੋਬਨ ਤੇ ਆਵੇਗੀ, ਤੇ ਜਦੋਂ ਜੋਬਨ ਤੇ ਆਉਂਦੀ ਹੈ ਫਿਰ ਸੱਚ ਜਿਹੜੀ ਨੇਕੀ ਹੈ ਉਹ ਬਦੀ ਦਾ ਖਾਤਮਾ ਕਰ ਦਿੰਦੀ ਹੈ। ਤੇ ਅਸੀਂ ਤਾਂ ਇੱਕ ਸੇਵਾ ਕਰ ਰਹੇ ਹਾਂ, ਬਦੀ ਹੁਣ ਵਧਣਾ ਚਾਹੁੰਦੀ ਹੈ, ਸਾਡੇ ਸਿਰਾਂ ਉੱਤੇ ਉਹ ਵਧੇਗੀ ਤੇ ਫਿਰ ਸੱਚ ਦਾ ਨਗਾਰਾ ਵੱਜੇਗਾ, ਨੇਕੀ ਫੁੱਲੇਗੀ ਤੇ ਬਦੀ ਖਤਮ ਹੋ ਜਾਵੇਗੀ। ਇਹ ਇੱਕ ਸਮਝ ਹੈ ਬੇਟਾ ਜੀ, ਅਸੀਂ ਇਹ ਸਮਝ ਆਪਣੇ ਵਿੱਚ ਪੈਦਾ ਕਰਨੀ ਹੈ। ਜਿਵੇਂ ਜਿਵੇਂ ਇਹ ਸਮਝ ਪੈਦਾ ਹੁੰਦੀ ਗਈ ਸਾਨੂੰ ਕੋਈ ਡਰ ਨਹੀਂ ਰਹੇਗਾ, ਅਸੀਂ ਨਿਰਭਉ ਹੋ ਜਾਵਾਂਗੇ। ਜਦੋਂ ਸਾਨੂੰ ਕੋਈ ਡਰ ਨਾ ਰਿਹਾ, ਕਿਸੇ ਉੱਤੇ ਜ਼ੁਲਮ ਵੀ ਨਹੀਂ ਕਰੋਗੇ, ਨਿਰਵੈਰ ਵੀ ਹੋਵੋਗੇ, ਤੇ ਫਿਰ ਜਿਹੜੇ ਪਰਮਾਤਮਾ ਨੂੰ ਅਸੀਂ ਧਿਆ ਰਹੇ ਹਾਂ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਉਹ ਸਮੇਂ ਤੋਂ ਰਹਿਤ ਹੈ। ਸਾਡੀ ਕਿਸੇ ਆਪਣੇ ਇਲਾਕੇ ਦੇ MLA ਨਾਲ ਵਾਕਫੀਅਤ ਹੋਵੇ, ਅਸੀਂ ਆਪਣੇ ਆਪ ਨੂੰ ਬਹੁਤ ਸਿਕਿਉਰ ਜਿਹਾ ਸਮਝਦੇ ਹਾਂ ਵੀ ਸਾਨੂੰ ਤਾਂ ਮੰਤਰੀ ਜਾਣਦਾ, ਸਾਨੂੰ ਤਾਂ MP ਜਾਣਦਾ, ਹੁੰਦਾ ਨਾ, ਸਾਨੂੰ ਤਾਂ ਪੁਲਿਸ ਦਾ ਅਫਸਰ ਜਾਣਦਾ, ਅਸੀਂ ਥੋੜ੍ਹੇ ਆਪਣੇ ਆਪ ਨੂੰ ਸਿਕਿਉਰ ਸਮਝਣਾ ਸ਼ੁਰੂ ਕਰ ਲੈਂਦੇ ਹਾਂ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਜਿਹੜੇ ਦੁਨਿਆਵੀ ਲੋਕ ਨੇ ਨਾ, ਇਹ ਤਾਕਤਾਂ, ਸਮੇਂ ਦੀਆਂ ਸਰਕਾਰਾਂ, ਸਮੇਂ ਦੀਆਂ ਪਾਵਰਾਂ, ਇਹ ਅੱਜ ਹਨ ਤੇ ਕੱਲ੍ਹ ਨਹੀਂ ਹੋਣਗੀਆਂ। ਕਿੱਡੇ ਕਿੱਡੇ ਦੁਨੀਆ ਤੇ ਬਾਦਸ਼ਾਹ ਆਏ, ਹਿਟਲਰ, ਨਪੋਲੀਅਨ ਵਰਗੇ, ਕਿਤੇ ਨਾਮੋ ਨਿਸ਼ਾਨ ਵੀ ਨਹੀਂ। ਤੇ ਪਰ ਇਹ ਵਾਲੀ ਤਾਕਤ ਇਹ ਸਮੇਂ ਤੋਂ ਰਹਿਤ ਹੈ। ਜਿਹੜੀ ਤਾਕਤ ਨੂੰ ਅਸੀਂ ਸਿਮਰਨ ਕਰਦੇ ਆ ਨਾ, ਇਹਨੇ ਕਦੀ ਨਹੀਂ ਖਤਮ ਹੋਣਾ। ਅਕਾਲ ਮੌਤ ਤੋਂ ਰਹਿਤ ਆ ਉਹਦੀ ਮੂਰਤੀ। ਅਸੀਂ ਉਸ ਤਾਕਤ ਨੂੰ ਧਿਆਉਂਦੇ ਆ, ਉਸ ਤਾਕਤ ਨਾਲ ਆਪਣੇ ਆਪ ਨੂੰ ਅਟੈਚ ਕਰਦੇ ਆ, ਉਸ ਸੁਪਰੀਮ ਪਾਵਰ ਨਾਲ ਆਪਣੇ ਆਪ ਨੂੰ ਅਟੈਚ ਕਰਦੇ ਆ ਜਿਹੜੀ ਕਦੀ ਖਤਮ ਹੋਣ ਵਾਲੀ ਨਹੀਂ ਹੈ। ਅਸੀਂ ਉਹਦੇ ਨਾਲ ਜੁੜਨਾ ਹੈ। ਤੇ ਇਹ ਤਾਕਤ ਮਨੁੱਖਾ ਰੂਪ ਧਾਰ ਕੇ ਜਗਤ ਤੇ ਨਹੀਂ ਆਉਂਦੀ, ਅਜੂਨੀ ਹੈ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਰੱਬ ਜੂਨ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ 'ਚ ਬਹੁਤ ਥਾਵਾਂ ਤੇ ਨਗਾਰੇ ਦੇ ਚੋਟ ਲਾ ਕੇ ਗੱਲ ਕਹੀ ਹੈ ਕਿ ਰੱਬ ਮਾਨ ਦੀ ਕੁੱਖ ਵਿੱਚੋਂ ਜਨਮ ਨਹੀਂ ਲੈਂਦਾ। ਜਿਨ੍ਹਾਂ ਨੇ ਵੀ ਜਨਮ ਲਿਆ ਉਹ ਰੱਬ ਨਹੀਂ ਹਨ, ਕਿਉਂਕਿ ਰੱਬ ਤਾਂ ਮਾਂ ਦੀ ਕੁੱਖ ਵਿੱਚ ਆਉਂਦਾ ਹੀ ਨਹੀਂ, ਅਜੂਨੀ ਹੈ, ਆਪਣੇ ਆਪ ਤੋਂ ਪੈਦਾ ਹੋਇਆ, ਸੈਭੰ, ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਉਹਦਾ, ਉਹਨੇ ਆਪਣੇ ਆਪ ਨੂੰ ਆਪ ਪ੍ਰਕਾਸ਼ਮਾਨ ਕੀਤਾ ਹੈ। ਤੇ ਉਹਦੀ ਸਮਝ ਕਿਵੇਂ ਆਉਂਦੀ ਹੈ? ਗੁਰ ਪ੍ਰਸਾਦ। ਕਿਵੇਂ ਸਮਝ ਆਉਂਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਮਿਹਰ ਨਾਲ, ਨਦਰ ਨਾਲ। ਇੱਕ ਚੰਗੇ ਉਸਤਾਦ ਦੀ ਪਕੜ ਹੋਵੇ ਤਾਂ ਉਹ ਇਹ ਗੱਲ ਸਮਝਾ ਦਿੰਦਾ ਹੈ, ਤੇ ਇਹ ਗੱਲ ਸਮਝਾਈ ਹੈ ਗੁਰੂ ਨਾਨਕ ਪਾਤਸ਼ਾਹ ਨੇ। ਜਦੋਂ ਕੋਈ ਟੀਚਰ ਬਹੁਤ ਵਧੀਆ ਸਾਨੂੰ ਕਲਾਸ ਦੇ ਵਿੱਚ ਕੋਈ ਕਨਸੈਪਟ ਕਲੀਅਰ ਕਰਾਉਂਦਾ ਹੈ, ਕੋਈ ਟੀਚਰ ਮੈਥਮੈਟਿਕਸ ਬਹੁਤ ਪੜ੍ਹਾਉਂਦਾ ਹੈ, ਤਾਂ ਤੁਸੀਂ ਸਿਆਣੇ ਬੱਚੇ ਆਪਸ ਗੱਲਾਂ ਕਰਦੇ ਹੋ, ਯਾਰ ਉਹ ਟੀਚਰ ਤਾਂ ਕਮਾਲ ਦਾ ਟੀਚਰ ਹੈ, ਕਹਿੰਦੇ ਹੋ ਨਾ, ਆਏ ਫੰਡਾ ਆਏ ਕਲੀਅਰ ਕਰ ਦਿੰਦਾ ਹੈ। ਤੇ ਅਸੀਂ ਕਹਿੰਦੇ ਹਾਂ ਟੀਚਰ ਵਾਹ ਬਈ ਵਾਹ, ਟੀਚਰ ਵਾਹ, ਟੀਚਰ ਬਹੁਤ ਸੋਹਣਾ ਹੈ। ਤੇ ਹੁਣ ਜਿਹੜੇ ਗੁਰੂ ਨੇ ਐਡੀ ਵੱਡੀ ਗੱਲ ਦੱਸ ਦਿੱਤੀ ਜਿਹੜੀ ਵਿਗਿਆਨੀਆਂ ਨੂੰ ਅਜੇ ਤੱਕ ਨਹੀਂ ਪਤਾ ਲੱਗੀ, ਤੇ ਫਿਰ ਉਸ ਗੁਰੂ ਨੂੰ ਵਾਹ ਕਹਿਣਾ ਬਣਦਾ ਕਿ ਨਹੀਂ? ਦੱਸੋ ਵੀ, ਬਣਦਾ ਕਿ ਨਹੀਂ? ਤੇ ਫਿਰ ਇਸ ਕਰਕੇ ਆਪਾਂ ਕੀ ਕਹਿੰਦੇ ਆ? ਵਾਹ। ਕੀ ਕਹਿੰਦੇ ਆ? ਉੱਚੀ ਬੋਲੋ ਦੱਬ ਕੇ, ਕੀ ਕਹਿੰਦੇ ਆ? ਕੀ ਕਹਿੰਦੇ ਆ? ਕੀ ਕਹਿੰਦੇ ਆ? ਕੀ ਕਹਿੰਦੇ ਆ? ਸ਼ਾਬਾਸ਼।